ਦੇਖ ਰਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੁਲੇ ਬੁਲਾਇਆ ਤੇਰਾ ਬੇਸ਼ੁਮਾਰ ਅਥਾਹ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗਗਨ ਨਗਰ ਇਕ ਬੂੰਦ ਨ ਬਰਖੈ, ਨਾਦ ਕਾਜ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਦੇ ਸਿਧਾਨਾ। ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ ਸੁਰਤ ਮਾਏ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਹਾਓ। ਬਜਾਵਣ ਹਾਰੋ ਕਹਾਂ ਗਇਓ, ਜਿਨੇ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ। ਖਿੰਚ ਤੇਜ ਸਭ ਲੀਨਾ ਸਰਵਣ ਬਿਕਲ ਭਏ ਸੰਗ ਤੇਰੇ। ਇੰਦਰੀ ਕਾ ਬਲ ਥਾਕਾ ਚਰਨ ਰਹੇ ਕਰ ਢਰਕ ਭਰੇ ਹੈ। ਮੁਖੋ ਨਾ ਨਿਕਸੈ ਬਾਤਾ ਥਾਕੇ ਪੰਚ ਦੂਤ ਸਭ ਤਸਕਰ। ਆਪ ਆਪਣੇ ਭਰਮ ਤੇ ਥਾਕਾ ਮਨ ਕੁੰਚਰ ਉਰ ਥਾਕਾ। ਤੇਜ ਸੂਦ ਧਰ ਰਮਤੇ ਮਿਰਤਕ ਭਏ ਦਸੈ ਬੰਦ ਛੂਟੇ। ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ। ਮਿਰਤਕ ਭਏ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਆਪ ਸਰਵਣ ਕਰਦੇ ਹੋ, ਤਿਸ ਦੇ ਤਹਿਤ ਆਸਾ ਰਾਗ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਜੋ ਵਿਚਾਰ ਅਧੀਨ ਹੈ, ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 480 ਤੇ ਇਹ ਸ਼ਬਦ ਸੁਭਾਏਮਾਨ ਹੈ। ਇਹ ਸ਼ਬਦ ਅਕਸਰ ਤੁਸੀਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਵੇ, ਰਾਗੀ ਸਾਹਿਬਾਨ ਦੀ ਰਸਨਾ ਤੋਂ ਇਹ ਸ਼ਬਦ ਸੁਣਦੇ ਹੋ, ਪਰ ਜਿਸ ਸੰਦਰਭ ਦੇ ਵਿੱਚ ਇਹ ਸ਼ਬਦ ਗਾਇਆ ਜਾਂਦਾ ਹੈ, ਇਹ ਸ਼ਬਦ ਬਿਲਕੁਲ ਉਸ ਤੋਂ ਉਲਟ ਹੈ। ਜਾਂ ਤਾਂ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਇਸ ਬਾਰੇ, ਜਾਂ ਫਿਰ ਜਾਣ ਬੁੱਝ ਕੇ ਸ਼ਬਦ ਨੂੰ ਉੱਥੇ ਗਾਇਆ ਜਾਂਦਾ ਹੈ। ਇਸ ਸ਼ਬਦ ਦੇ ਵਿੱਚ ਮਿਰਤਕ ਨਾਲ ਸੰਬੰਧਿਤ ਕੋਈ ਵੀ ਗੱਲ ਨਹੀਂ ਆਖੀ ਗਈ। ਇਹ ਸ਼ਬਦ ਬ੍ਰਹਮ ਗਿਆਨੀ ਦੀ ਬ੍ਰਹਮ ਦੀ ਅਵਸਥਾ ਦਾ ਸ਼ਬਦ ਹੈ। ਜਦੋਂ ਕੋਈ ਜਗਿਆਸੂ ਨਾਮ ਦੀ ਕਮਾਈ ਕਰਦਾ ਹੈ, ਸਾਧਨਾ ਕਰਦਾ ਹੈ ਗੁਰੂ ਦੀ ਮੱਤ ਲੈ ਕੇ, ਔਰ ਉਹ ਵਿਕਾਰਾਂ ਦੇ ਉੱਪਰ ਫਤਿਹ ਪਾ ਲੈਂਦਾ ਹੈ, ਆਪਣੇ ਇਸ ਸਰੀਰ ਰੂਪੀ ਕਿਲੇ ਨੂੰ ਜਿੱਤ ਲੈਂਦਾ ਹੈ, ਅਤੇ ਉਸ ਨੂੰ ਜਦੋਂ ਉਹ ਅਵਸਥਾ ਪ੍ਰਾਪਤ ਹੁੰਦੀ ਹੈ ਅਤੇ ਉਹ ਗੁਰਮੁਖ ਪਿਆਰੇ ਜਿਹੜੇ ਉਹਦੇ ਸੰਗੀ ਸਾਥੀ ਉਹ ਪੁੱਛਦੇ ਨੇ, ਮਿੱਤਰਾ ਹੁਣ ਦੱਸ ਜੋ ਤੇਰੀ ਪਹਿਲਾਂ ਵਾਲੀ ਅਵਸਥਾ ਸੀ ਉਹ ਕਿੱਥੇ ਚਲੀ ਗਈ ਹੈ। ਗੁਰਮੁਖ ਦੀ ਅਵਸਥਾ ਨੂੰ ਇਸ ਸ਼ਬਦ ਦੇ ਵਿੱਚ ਬਿਆਨ ਕੀਤਾ ਹੈ, ਨਾ ਕਿ ਇਹ ਸ਼ਬਦ ਕਿਸੇ ਮ੍ਰਿਤਕ ਪ੍ਰਾਣੀ ਵਾਸਤੇ ਉਚਾਰਨ ਕੀਤਾ ਗਿਆ ਹੈ।
ਜਦੋਂ ਕੋਈ ਵੀ ਨਾਮ ਦਾ ਅਭਿਆਸੀ ਸਿਮਰਨ ਕਰਦਾ ਹੈ ਤਾਂ ਉਹਦੇ ਅੰਦਰ ਇੱਕ ਨਵੀਂ ਘਟਨਾ ਵਾਪਰਦੀ ਹੈ ਕਿ ਜਿਹੜੇ ਸਾਡੇ ਇਹ 10 ਇੰਦਰੇ ਨੇ, 5 ਕਰਮ ਇੰਦਰੇ, 5 ਗਿਆਨ ਇੰਦਰੇ, ਔਰ ਇਹਨਾਂ ਨੂੰ ਸੰਗ ਮਿਲ ਜਾਂਦਾ ਹੈ 5 ਵਿਕਾਰਾਂ ਦਾ। ਉਹ 5 ਵਿਕਾਰ ਇਹਨਾਂ ਇੰਦਰੀਆਂ ਨਾਲ ਮਿਲ ਕੇ, ਮਨ ਦੇ ਨਾਲ ਮਿਲ ਕੇ ਫਿਰ ਇਸ ਜੀਵ ਨੂੰ ਖੁਆਰ ਕਰਦੇ ਨੇ। ਪਰ ਜਦੋਂ ਕੋਈ ਨਾਮ ਜਪਦਾ ਹੈ, ਸਿਮਰਨ ਕਰਦਾ ਹੈ, ਤਾਂ ਇਹਨਾਂ 10 ਇੰਦਰੀਆਂ ਨੂੰ ਵਾ ਮਨ ਨੂੰ, ਵਿਕਾਰਾਂ ਨੂੰ ਫਤਿਹ ਕਰ ਲੈਂਦਾ ਹੈ। ਭਗਤ ਕਬੀਰ ਸਾਹਿਬ ਜੀ ਇਸ ਪਾਵਨ ਸ਼ਬਦ ਦੇ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਅੰਮ੍ਰਿਤ ਬਚਨਾਂ ਦੇ ਨਾਲ ਸਾਂਝ ਪਾਈਏ। ਪਿਆਰ ਨਾਲ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਗगन नगर एक बूंद न बरखै, नाद कहा जो समाना। गगन कहते ने दसम द्वार नूं। देखो जिहड़ा साडा शरीर है एक ब्रह्मांड है। जिवें ब्रह्मांड विच आकाश है, आकाश दे विच थल्ले सारा कुछ है, इसे तरह गगन कहिए साडा दसम द्वार, ਉਹਦੇ ਥੱਲੇ ਸਾਰੀ ਇਹ ਘਟਨਾ ਘਟਤ ਹੋ ਰਹੀ ਹੈ। ਪਰ ਇਹ ਤਾਂ ਹੋ ਰਹੀ ਹੈ ਕਿਉਂਕਿ ਗਗਨ ਹੈ, ਆਕਾਸ਼ ਦੇ ਕਾਰਨ ਕਰਕੇ ਹੀ ਸਾਰਾ ਕੁਝ ਹੋ ਰਿਹਾ। ਜੇ ਆਕਾਸ਼ ਨਾ ਹੋਵੇ ਤੇ ਸਾਰਾ ਕੁਝ ਖਤਮ ਹੋ ਜਾਵੇ। ਸਾਰਾ ਕੁਝ ਆਕਾਸ਼ ਦੇ ਕਰਕੇ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਸਾਧਨਾ ਕਰਦਾ ਹੈ, ਸਿਮਰਨ ਕਰਦਾ ਹੈ, ਸਾਡੇ ਇਸ ਦਿਮਾਗ ਦੇ ਵਿੱਚ ਨਾ ਕਈ ਫੁਰਨੇ ਚੱਲੀ ਜਾਂਦੇ ਨੇ ਹਰ ਸਮੇਂ ਦੁਨੀਆ ਦੇ ਬਾਬਤ। ਚੰਗੇ ਵੀ ਚੱਲਦੇ ਨੇ ਔਰ ਮਾੜੇ ਵੀ ਚੱਲਦੇ ਨੇ। ਪਰ ਜਦੋਂ ਕੋਈ ਸਾਧਨਾ ਕਰਦਾ ਹੈ ਫਿਰ ਕੋਈ ਵੀ ਨਾ ਦੁਨੀਆ ਦਾ ਚੰਗਾ ਔਰ ਨਾ ਮਾੜਾ ਫੁਰਨਾ ਪੈਦਾ ਹੁੰਦਾ। ਉੱਥੇ ਬ੍ਰਹਮ ਦੀ ਅਵਸਥਾ ਦੀ ਸਾਰੀ ਘਟਨਾ ਘਟਦੀ ਹੈ। ਉੱਥੇ ਹੋਰ ਕੋਈ ਦੁਨੀਆ ਦਾ ਖਿਆਲ ਨਹੀਂ ਪੈਦਾ ਹੁੰਦਾ, ਨਾ ਕੋਈ ਚੰਗੀ ਇੱਛਾ ਨਾ ਕੋਈ ਮਾੜੀ ਇੱਛਾ। ਇੱਛਾ ਹੀ ਉੱਥੇ ਕਿਸੇ ਤਰ੍ਹਾਂ ਦੀ ਨਹੀਂ ਰਹਿ ਜਾਂਦੀ, ਕਿਉਂਕਿ ਨਾਮ ਦੇ ਵਿੱਚ ਜੁੜਨ ਕਰਕੇ ਉਹ ਜਗਿਆਸੂ ਵਾਹਿਗੁਰੂ ਨਾਮੀ ਦੇ ਵਿੱਚ ਅਭੇਦ ਹੋ ਜਾਂਦਾ ਹੈ। ਪਰਮਾਤਮਾ ਦੇ ਵਿੱਚ ਕੋਈ ਇੱਛਾ ਨਹੀਂ, ਹਾਲਾਂਕਿ ਉਹ ਸਾਰਾ ਕੁਝ ਕਰ ਰਿਹਾ ਹੈ, ਕਰਾ ਰਿਹਾ ਹੈ, ਪਰ ਉਹਦੇ ਅੰਦਰ ਆਪਣਾ ਕੋਈ ਫੁਰਨਾ ਨਹੀਂ ਹੈ। ਗੁਰਬਾਣੀ ਦੇ ਵਿੱਚ ਆਖਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ ਕਿ ਉਹ ਵਾਹਿਗੁਰੂ ਵੱਡਾ ਦਾਤਾ ਤਿਲ ਨਾ ਤਮਾਏ। ਤਿਲ ਜਿੰਨੀ ਵੀ ਉੱਥੇ ਤਮਾ ਨਹੀਂ ਹੈ। ਵੇਖੋ ਆਪਾਂ ਦੁਨੀਆ ਵਿੱਚ ਚੰਗੇ ਕੰਮ ਕਿਉਂ ਕਰਦੇ ਹਾਂ? ਸਾਡੀ ਕੋਈ ਨਾ ਕੋਈ ਤਮਾ ਹੈ, ਕੋਈ ਨਾ ਕੋਈ ਇੱਛਾ ਹੈ ਵੀ ਮੈਨੂੰ ਇਹ ਮਿਲੇ। ਗੁਰਮੁਖ ਦੀ ਨਾਮ ਅਭਿਆਸੀ ਦੀ ਕੋਈ ਇੱਛਾ ਨਹੀਂ ਰਹਿ ਜਾਂਦੀ, ਕਿਉਂਕਿ ਹਰ ਕਾ ਸੇਵਕ ਸੋ ਹਰ ਜਿਹਾ। ਉਸ ਅਵਸਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ, ਫੁਰਨਿਆਂ ਦੀ ਇੱਕ ਬੂੰਦ ਵੀ ਨਹੀਂ ਡਿੱਗਦੀ, ਭਾਵ ਅੰਦਰ ਇੱਕ ਫੁਰਨਾ ਵੀ ਪੈਦਾ ਨਹੀਂ ਹੁੰਦਾ। ਗਗਨ ਨਗਰ ਦਸਮ ਦੀ ਜਿਹੜੀ ਅਵਸਥਾ ਹੈ, ਦਸਮ ਦੁਆਰ ਦੀ, ਇੱਕ ਬੂੰਦ ਨਾ ਵਰਖ ਹੈ, ਇੱਕ ਵੀ ਫੁਰਨਾ ਨਹੀਂ ਪੈਦਾ ਹੁੰਦਾ। ਨਾਦ ਕਹਾ ਜੋ ਸਮਾਨਾ। ਅਤੇ ਜਿਹੜਾ ਮਾਇਆ ਦਾ ਸ਼ੋਰ ਹੋ ਰਿਹਾ ਸੀ, ਜੋ ਹਰ ਸਮੇਂ ਮਨ ਵਿੱਚ ਫੁਰਨੇ ਉੱਠ ਰਹੇ ਸੀ ਕਈ ਤਰ੍ਹਾਂ ਦੇ, ਸਾਡੇ ਅੰਦਰ ਨਾ ਬੜਾ ਵੱਡਾ ਰੌਲਾ ਪੈ ਰਿਹਾ ਹੈ। ਵੇਖੋ ਵਾਹਿਗੁਰੂ ਤਾਂ ਸਾਡੇ ਅੰਦਰ ਹੈ, ਉਹ ਸਾਨੂੰ ਸੁਣਾਈ ਕਿਉਂ ਨਹੀਂ ਦਿੰਦਾ? ਕਿਉਂਕਿ ਸਾਡੇ ਅੰਦਰ ਮਾਇਆ ਦਾ ਢੋਲ ਵੱਜ ਰਿਹਾ ਹੈ। ਵਜਾਉਣ ਵਾਲਾ ਕੌਣ ਹੈ? ਮਨ। ਉਹ ਦੇਹ ਅਧਿਆਸ ਦੇ ਢੋਲ ਨੂੰ ਵਜਾ ਰਿਹਾ ਹੈ। ਇਸ ਕਰਕੇ ਸਾਨੂੰ ਅੰਦਰ ਵਾਹਿਗੁਰੂ ਦੀ ਧੁਨ ਜਿਹੜੀ ਚੱਲ ਰਹੀ ਹੈ ਉਹ ਸੁਣਾਈ ਨਹੀਂ ਦੇ ਰਹੀ। ਜਿਵੇਂ ਬਹੁਤ ਸਾਰੇ ਢੋਲ ਵੱਜ ਰਹੇ ਹੋਣ, ਰੌਲਾ ਪੈ ਰਿਹਾ ਹੋਵੇ, ਅਤੇ ਉੱਥੇ ਕਿਸੇ ਦੀ ਹੋਰ ਆਵਾਜ਼ ਸੁਣਾਈ ਨਹੀਂ ਦਿੰਦੀ।
ਉਹ ਆਵਾਜ਼ ਬੰਦ ਹੋਵੇ ਤੇ ਤਾਂ ਗੱਲ ਬਣੇ। ਇਸੇ ਤਰ੍ਹਾਂ ਸਾਡੇ ਅੰਦਰ ਉਹ ਦੇਹ ਅਧਿਆਸ ਦਾ, ਦੇਹ ਦੀ ਪਕੜ ਦਾ, ਦੇਹ ਦੇ ਮੋਹ ਦਾ ਢੋਲ ਵੱਜ ਰਿਹਾ ਹਰ ਸਮੇਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਕਿਸੇ ਦੇ ਅੰਦਰ ਬ੍ਰਹਮ ਦੀ ਅਵਸਥਾ ਪੈਦਾ ਹੋਈ, ਇੱਕ ਵੀ ਫੁਰਨਾ ਦੁਨੀਆ ਦਾ ਨਹੀਂ ਰਹਿ ਜਾਂਦਾ। ਉਹ ਜਿਹੜਾ ਅੰਦਰ ਇੰਨਾ ਸ਼ੋਰ ਹੋ ਰਿਹਾ ਸੀ ਉਹ ਕਿੱਥੇ ਚਲਾ ਗਿਆ? ਭਾਵ ਉਹ ਸਾਰਾ ਅਲੋਪ ਹੋ ਗਿਆ। ਨਾਦ ਕਹਾ ਜੋ ਸਮਾਨਾ, ਉਹ ਨਾਦ ਦਾ ਇੱਥੇ ਅਰਥ ਉਹ ਜਿਹੜਾ ਰੌਲਾ ਪੈ ਰਿਹਾ ਸੀ ਮਾਇਆ ਦਾ, ਜਿਹੜਾ ਸ਼ੋਰ ਹੋ ਰਿਹਾ ਸੀ ਅੰਦਰ ਫੁਰਨਿਆਂ ਦਾ, ਉਹ ਕਿੱਥੇ ਚਲਾ ਗਿਆ ਹੈ? ਭਾਵ ਅਲੋਪ ਹੋ ਗਿਆ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸਿਧਾਨਾ। ਉਹ ਰੌਲਾ ਕਿਉਂ ਮੁੱਕਿਆ? ਕਿਉਂਕਿ ਵਜਾਉਣ ਵਾਲਾ ਢੋਲ ਸੀ ਮਨ। ਢੋਲ ਨੂੰ ਵਜਾਉਣ ਵਾਲਾ ਢੋਲੀ ਹੀ ਨਾ ਰਹੇ ਤੇ ਢੋਲ ਕਿਵੇਂ ਵੱਜੇਗਾ? ਜਿਹੜਾ ਮਨ ਰੌਲਾ ਪਾ ਰਿਹਾ ਸੀ, ਢੋਲ ਬੜਾ ਵਜਾ ਰਿਹਾ ਸੀ ਦੇਹ ਅਧਿਆਸ ਦਾ ਵੀ, ਮੈਂ ਹੀ ਸਾਰਾ ਕੁਝ ਹਾਂ ਕਈ ਤਰ੍ਹਾਂ ਕਰਕੇ। ਜਦੋਂ ਨਾਮ ਜਪਿਆ ਵਾਹਿਗੁਰੂ ਪਰਮਾਤਮਾ ਨੇ ਮਨ ਨੂੰ ਸੰਸਾਰਿਕ ਫੁਰਨਿਆਂ ਵਿੱਚੋਂ ਬਾਹਰ ਖਿੱਚ ਲਿਆ ਬਿਲਕੁਲ। ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ, ਬ੍ਰਹਮ ਜੋ ਪ੍ਰਕਾਸ਼ ਵਾਹਿਗੁਰੂ ਜੋ ਪਰੇ ਤੋਂ ਪਰੇ ਹੈ। ਪ੍ਰਕਾਸ਼ ਦਾ ਕੋਈ ਅੰਤ ਨਹੀਂ, ਪ੍ਰਕਾਸ਼ ਨੂੰ ਕੋਈ ਪਕੜ ਨਹੀਂ ਕਰ ਸਕਦਾ। ਤੇ ਪਰਮੇਸ਼ਰ ਜੋ ਪਰਮ ਈਸ਼ਵਰ ਸਭ ਤੋਂ ਵੱਡਾ ਪਰਮਾਤਮਾ ਨਿਰੰਕਾਰ ਵਾਹਿਗੁਰੂ ਹੈ। ਮਾਧੋ ਜੋ ਮਾਇਆ ਦਾ ਪਤੀ ਹੈ। ਪਰਮਹੰਸ ਜੋ ਪਰਮਹੰਸ ਵਾਹਿਗੁਰੂ ਨਿਰੰਕਾਰ ਹੈ। ਉਹ ਸਾਡੇ ਮਨ ਨੂੰ ਲੈ ਕੇ ਇੱਥੋਂ ਮਾਇਆ ਦੇ ਵਿੱਚੋਂ, ਦੇਹ ਅਧਿਆਸ ਦੇ ਵਿੱਚੋਂ ਲੈ ਸਿਧਾਨਾ ਭਾਵ ਲੈ ਗਿਆ, ਆਪਣੇ ਵਿੱਚ ਲੀਨ ਕਰ ਲਿਆ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ। ਮਨ ਨਿਰਮਲ ਹੋ ਗਿਆ, ਉਹਦੇ ਵਿੱਚ ਕੋਈ ਫੁਰਨਾ ਨਹੀਂ ਰਹਿ ਗਿਆ। ਪਾਛੈ ਲਾਗੋ ਹਰ ਵਿਰਹਿ ਕਹਿਤ ਕਬੀਰ ਕਬੀਰ। ਕਹਿੰਦੇ ਹੁਣ ਇਹ ਮਨ ਦੇ ਵਿੱਚ ਮਾਇਆ ਦਾ ਕੋਈ ਫੁਰਨਾ ਨਹੀਂ, ਕੋਈ ਇਹ ਮਨ ਸ਼ੋਰ ਨਹੀਂ ਕਰਦਾ। ਕਿਉਂਕਿ ਸਾਡੇ ਸਾਰੇ ਸਰੀਰ ਨੂੰ ਚਲਾਉਣ ਵਾਲਾ ਕੌਣ ਹੈ, ਭਜਾਉਣ ਵਾਲਾ ਕੌਣ ਹੈ? ਮਨ। ਮਨ ਹੀ ਕਹਿੰਦਾ ਵੀ ਤੂੰ ਇਹ ਚੀਜ਼ ਵੇਖ ਲੈ, ਇਹ ਚੀਜ਼ ਖਾ ਲੈ, ਇਸ ਤਰ੍ਹਾਂ ਦੀ ਪਾ ਲੈ, ਇਹ ਸੈਰ ਕਰਿਆ, ਉਹ ਕਰਿਆ। ਇਹ ਸਾਰਾ ਕੁਝ ਢੋਲ ਕਿਹੜਾ ਵਜਾ ਰਿਹਾ? ਦੇਹ ਅਧਿਆਸ ਦਾ ਮਨ। ਤੇ ਜਦੋਂ ਮਨ ਹੀ ਚਲਾ ਗਿਆ, ਇਹ ਜਿਹੜਾ ਸਰੀਰ ਰੂਪੀ ਖੋਲ ਦੀ ਤਰ੍ਹਾਂ ਰਹਿ ਜਾਂਦਾ। ਇਹਦੇ ਵਿੱਚੋਂ ਮਨ ਜਦੋਂ ਸ਼ਬਦ ਵਿੱਚ ਲੀਨ ਹੋ ਗਿਆ, ਉਹ ਵਾਹਿਗੁਰੂ ਨਿਰੰਕਾਰ ਨੇ ਕਿਰਪਾ ਕੀਤੀ, ਮਨ ਨੂੰ ਇਸ ਦੇਹ ਅਧਿਆਸ ਤੋਂ ਵੱਖਰਾ ਕਰ ਲਿਆ ਹੈ। ਬਾਬਾ ਬੋਲ ਤੇ ਕਾ ਗਏ ਦੇਹੀ ਕੇ ਸੰਗ ਰਹਤੇ। ਬਾਬਾ ਭਾਈ ਗੁਰਮੁਖ ਪੁੱਛਦਾ ਹੈ ਵੀ ਤੇਰੇ ਉਹ ਅੰਦਰ ਜਿਹੜੇ ਵਕਾਰ ਬੋਲਦੇ ਸੀ ਉਹ ਕਿੱਥੇ ਚਲੇ ਗਏ ਨੇ? ਬਾਬਾ ਭਾਈ, ਬਾਬਾ ਦਾ ਇੱਥੇ ਅਰਥ ਹੈ ਭਾਈ। ਬਾਬਾ ਬੋਲਤੇ ਤੇ ਕਹਾਂਗੇ, ਉਹ ਜਿਹੜੇ ਤੇਰੇ ਅੰਦਰ ਵਿਕਾਰ ਬੋਲਦੇ ਸੀ, ਅੱਖਾਂ ਰਾਹੀਂ, ਕੰਨਾਂ ਰਾਹੀਂ, ਸਰੀਰ ਦੇ ਇੰਦਰੀਆਂ ਰਾਹੀਂ, ਉਹ ਕਿੱਥੇ ਚਲੇ ਗਏ ਹਨ? ਆਪ ਸੰਗਤਾਂ ਨੂੰ ਗਿਆਤ ਹੋਵੇਗਾ, ਗੁਰੂ ਘਰ ਦੇ ਵੇਦ ਵਿਆਸ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਸਨ, ਪਰ ਇਹਨਾਂ ਨੇ ਸਿੱਖ ਬਣ ਕੇ ਸ਼ਬਦ ਦੀ ਕਮਾਈ ਕੀਤੀ। ਸਿੱਖ ਬਣ ਕੇ ਸ਼ਬਦ ਕਮਾਇਆ, ਗੁਰੂ ਦੇ ਹੁਕਮ ਨੂੰ ਮੰਨਿਆ ਔਰ ਇਸ ਮਹਾਨ ਅਵਸਥਾ ਨੂੰ ਪ੍ਰਾਪਤ ਕੀਤਾ ਜਿਹੜੀ ਅਵਸਥਾ ਇੱਥੇ ਦੱਸ ਰਹੇ ਹਨ। ਇੱਕ ਦਿਨ ਇਹ ਗੁਰੂ ਦਰਬਾਰ ਦੇ ਵਿੱਚ ਕਥਾ ਕਰਕੇ ਆ ਰਹੇ ਨੇ। ਰਸਤੇ ਦੇ ਵਿੱਚ ਇਹਨਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵੱਡੇ ਉਹਨਾਂ ਦੇ ਭਰਾ ਬਾਬਾ ਮਹਾਦੇਵ ਜੀ ਮਿਲ ਗਏ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੋ ਵੱਡੇ ਭਰਾ ਨੇ, ਇੱਕ ਬਾਬਾ ਪਿਰਥੀ ਚੰਦ ਸਭ ਤੋਂ ਵੱਡੇ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਤੋਂ ਵੱਡੇ ਨੇ ਬਾਬਾ ਮਹਾਦੇਵ ਜੀ। ਗੁਰੂ ਅਰਜਨ ਦੇਵ ਜੀ ਇਹਨਾਂ ਦੋਵਾਂ ਤੋਂ ਛੋਟੇ ਨੇ। ਬਾਬਾ ਮਹਾਦੇਵ ਜੀ ਨੇ ਵਿਆਹ ਨਹੀਂ ਕਰਾਇਆ, ਬੈਰਾਗੀ ਮਤ ਨੂੰ ਧਾਰਨ ਕੀਤਾ
और अपनी ही मस्ती विच रहिंदे सन, पर वो महान रस अजे प्राप्त नहीं होया सी। ते उन्होंने भाई गुरदास जी के चेहरे ते जदों निगाह मारी ना, परख करन वाले नूं पता लग जाता है भी इस बंदे दे कोल की कुछ है। पारखी बंदे नूं पता हुंदा है। जिस तरह का बंदा कोई व्यवहार करता है, उन्होंने उस चीज़ की परख हो जाती है भी उस बंदे दे कोल एक किस तरह की चीज़ पई हुई है। मान लो जिवें कोई पशुओं का व्यापार करता है, वो किसी के घर जावे वेखे, वो वेखदे निगाह मारदा कहंदा भी बड़ा वधिया पशु है। कोई गड्डियां का व्यापार करता वेख लैंदा भी ये गड्डी कितना वधिया मॉडल है, की कुछ इस गड्डी दे विच है। निगाह मार के दस दिन इंजन कितना चलेगा, किवें काम करेगा। कोई भी चीज़ है जिहड़ा बंदा व्यवहार करता है उन्होंने पता लग जाता है। इस तरह बाबा महादेव जी वो परमार्थ की कुछ सोझी तो रखते हैं, पर अजे वो अवस्था नहीं सी प्राप्त हुई। तो भाई गुरदास जी नूं मिले, अदब किया, सत्कार किया, तो पुछया बई ये तुहाडे कोल ये अवस्था किवें बनी, तुहाडे चेहरे तो पता लग रहा है ये अवस्था तुहानूं किवें मिली है। तो भाई गुरदास जी ने इशारा किया, हरमंदर साहिब वल भी जिहड़े तुहाडे वड्डे भरा गुरु अर्जन देव जी ये सब बरकतां दे मालक होई ने, उन्हां दे उपदेश नूं कमा के। ते बाबा महादेव जी कहंदे मैनूं भी ये चीज़ चाहिदी है। कहंदे फिर उन्हां कोल ही जाओ, मैं नहीं ये दे सकदा, ये तां गुरु ही दे सकदा है, गुरु दे कोल ये दात है। ते बाबा महादेव जी आए, गुरु अर्जन देव महाराज जी ने बड़ा सत्कार किया ते हथ बन के बाबा महादेव जी कहंदे मेरे ते भी ये किरपा करो। गुरबाणी दे विच आपां जदों सोठ राग दी बाणी पढ़दे हां, उत्थे महाराज जी दा एक शब्द आउंदा है, एक पिता एक सकेह मुबारक तू मेरा गुरहाई, सुन मीता जियो हमारा बल बल जासी, हर दर्शन देहो दिखाई। सुन मीता धूरी को बल जाई, ए मन तेरा भाई। ये अवस्था बाबा महादेव जी कहते ने आपां इको ही पिता दे गुरु दे पुत्र हाँ, मेरे ते भी किरपा करो। पाप मलोवा मल मल धोवा, ए मन तैकू देसा, मैं तुहाडे चरण धोवांगा, मल मल के धोवांगा। ये मन मैं तुहानूं देता अज तो। पहलां तां ये सी ना मन विच भी मैं तां वड्डा भरा हाँ गुरु अर्जन देव जी का। वेखो गुरु के घर विच रिश्ता नहीं वेख्या जाता, अवस्था वेखी जाती है। जे सिख की अवस्था उच्ची है तो उन्होंने पहल दी जाती है। जिमें भाई लैणा जी गुरु अंगद देव जी बन गए, हालांकि गुरु नानक देव जी के दो साहिबजादे ने। ऐसा नहीं भी उन्होंने अवस्था उस तरह की, पर भाई लैणा जी उन्होंने तो अगे लंघ गए ने इस अवस्था दे विच। तो गुरु अर्जन देव महाराज जी जो बाबा महादेव जी कहते हैं उस अवस्था को जिक्र किया। पाप मलोवा मल मल धोवा, ए मन तैकू देसा, सुन मीता हों तेरी शरनाई आया। प्रभ मिलों देहो उपदेसा, मैनू उपदेश देव, मैं भी रब नाल मिल जावां, मेरा भी रब नाल मिलाप हो जावे। ते गुरु अर्जन देव महाराज जी ने आख्या सी कि भराता जी मान ना कीजै सरन परीजै, करे सो भला मनाइए। किसी भी गल का माल नहीं करना कि मैं गुरु का पुत्र हाँ, मैनू की लोड़ पई है। बाणी नाल जुड़ना पवेगा, शब्द का अभ्यास करना पवेगा। मान ना कीजै सरन परीजै, करे सो भला मनाइए। सुन मीता जियो पिंड सब तन अरपीजै, इयों दर्शन हर जियो पाइए। सारा कुछ समर्पित कर दे, मेरा कुछ भी नहीं है। किसी भी तरह की मैं मेरी नहीं रखनी भी मैं गुरु की संतान हाँ, गुरु का पुत्र हाँ या गुरु का भरा हाँ, ये चीज़ों छड़ दो बिल्कुल। किसी भी तरह की संसार की पकड़ नहीं। इदा रब के दर्शन होंदे ने। भयो अनगरो प्रसाद संतन कै, हर नामा है मीठा। जन नानक को गुर कृपा धारी, सब अकुल निरंजन डिठा। फिर वो कृपा होई, बख्शिश होई
ਤੋ ਇੱਥੇ ਵੀ ਪੁੱਛਿਆ ਜਾ ਰਿਹਾ ਹੈ ਗੁਰਮੁਖ ਨੂੰ, ਦੱਸੋ ਤੁਹਾਡੇ ਉਹ ਵਿਕਾਰ ਕਿੱਥੇ ਚਲੇ ਗਏ ਨੇ? ਬਾਬਾ ਬੋਲਤੇ ਤੇ ਕਹਾਂਗੇ ਦੇਹੀ ਕੇ ਸੰਗ ਰਹਤੇ। ਜਿਹੜੇ ਦੇਹੀ ਨਾਲ ਸਮੇਂ ਚਿੰਬੜੇ ਰਹਿੰਦੇ ਸਨ, ਸਾਡੀਆਂ ਅੱਖਾਂ ਨੂੰ ਵਿਕਾਰ ਚਿੰਬੜਿਆ, ਹਰ ਸਮੇਂ ਰਜਦੀਆਂ ਹੀ ਨਹੀਂ, ਰੰਗ ਤਮਾਸ਼ੇ ਵੇਖਦੀਆਂ। ਕੰਨਾਂ ਨੂੰ ਇਹ ਜਿਹੜਾ ਬੰਦਾ ਹਟਦਾ ਹੀ ਨਹੀਂ ਸੀ ਇਸ ਪਾਸਿਓਂ, ਉਹ ਇੱਕੋ ਦਮ ਬਾਣੀ ਨਾਲ ਜੁੜ ਗਿਆ, ਉਹ ਇਸ ਪਾਸੇ ਵੇਖਦਾ ਹੀ ਨਹੀਂ। ਤੇ ਉਹਨੂੰ ਪੁੱਛਦੇ ਨੇ ਉਹਦੇ ਸੰਗੀ ਸਾਥੀ ਵੀ ਦੱਸ ਤੇਰੀ ਅਵਸਥਾ ਕਿਵੇਂ ਬਣ ਗਈ ਹੈ? ਤੂੰ ਤਾਂ ਹਰ ਸਮੇਂ ਇਹ ਚੀਜ਼ ਨੂੰ ਛੱਡਦਾ ਹੀ ਨਹੀਂ ਸੀ। ਕਈ ਬੰਦੇ ਜੂਆ ਹੀ ਖੇਡੀ ਜਾਂਦੇ ਨੇ ਜਾਂ ਹੋਰ ਪਾਸੇ, ਪਰ ਐਸਾ ਗੁਰੂ ਦੀ ਕਿਤੇ ਕਿਰਪਾ ਹੋ ਗਈ, ਕੋਈ ਗੁਰਮੁਖਾਂ ਦਾ ਮਿਲਾਪ ਹੋ ਗਿਆ, ਉਹ ਜੀਵਨ ਬਿਲਕੁਲ ਤਬਦੀਲ ਹੋ ਗਿਆ। ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਹਤੇ ਰਾਓ। ਜੋ ਹਰ ਸਮੇਂ ਸੁਰਤੀ ਦੇ ਵਿੱਚ, ਹਰ ਸਮੇਂ ਧਿਆਨ ਦੇ ਵਿੱਚ ਸਨ, ਹੋਰ ਪਾਸੇ ਧਿਆਨ ਜਾਂਦਾ ਹੀ ਨਹੀਂ ਸੀ। ਹਰ ਸਮੇਂ ਅੰਦਰ ਨੱਚੀ ਜਾਂਦੇ ਸਨ ਵਿਕਾਰ, ਮਨੁੱਖ ਨੂੰ ਹਰ ਸਮੇਂ ਨਚਾਈ ਜਾਂਦੇ ਨੇ। ਮਨੁੱਖ ਦੇ ਧਿਆਨ ਵਿੱਚ ਹਰ ਸਮੇਂ ਕੀ ਹੈ? ਵਿਕਾਰ ਹੀ ਵਿਕਾਰ ਹਨ। ਹਰ ਸਮੇਂ ਇਹਦਾ ਧਿਆਨ ਮਾੜੇ ਪਾਸੇ ਹੈ। ਉਹ ਆਪਣੀ ਹੀ ਕਥਾ ਵਾਰਤਾ ਵਿੱਚ ਲਾਈ ਰੱਖਦੇ ਨੇ। ਜੀਵ ਨੂੰ ਆਪਣੀ ਕਥਾ ਜਾਣਨ ਦਾ ਪਤਾ ਹੀ ਨਹੀਂ ਲੱਗਦਾ ਵੀ ਮੈਂ ਕੌਣ ਆ, ਕਿੱਥੋਂ ਆਇਆ, ਇਹਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਲੱਗਦਾ। ਐਸਾ ਭਰਮਾ ਦਿੰਦੇ ਨੇ ਵਿਕਾਰ ਇਹਨੂੰ, ਜੀਵ ਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਲੱਗਦਾ ਮੈਂ ਕੌਣ ਆ, ਮੈਂ ਕਿੱਥੋਂ ਆਇਆ ਹਾਂ। ਜਿਸ ਨੂੰ ਬਾਣੀ ਵਿੱਚ ਆਖਿਆ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਉਹ ਪਛਾਣਨਾ ਕਰ ਮਹਾਰਾਜ ਕਹਿੰਦੇ ਤੂੰ ਆਪਣੇ ਆਪ ਨੂੰ। ਪਰ ਵਿਕਾਰਾਂ ਨੇ ਐਸਾ ਰੋਲਾ ਪਾ ਦਿੱਤਾ, ਜਿਵੇਂ ਕੋਈ ਬੰਦਾ ਘਰੋਂ ਤਾਂ ਠੀਕ ਗਿਆ ਸੀ, ਰਸਤੇ ਵਿੱਚ 5-7 ਸ਼ਰਾਬੀ ਨਸ਼ਾ ਕਰਨ ਵਾਲੇ ਮਿਲ ਗਏ। ਉਹਨਾਂ ਨੇ ਗੱਲਾਂ ਵਿੱਚ ਐਸਾ ਲਾ ਲਿਆ, ਉਹ ਜਿਹੜਾ ਘਰ ਦਾ ਕੰਮ ਕਰਨ ਆਇਆ ਸੀ ਭੁੱਲ ਗਿਆ। ਗੱਲਾਂ ਵਿੱਚ ਹਾਸੇ ਠੱਠੇ ਵਿੱਚ ਲਾ ਕੇ ਉਹਨੂੰ ਨਸ਼ਾ ਕਰਾ ਦਿੱਤਾ। ਇੰਨਾ ਜ਼ਿਆਦਾ ਨਸ਼ਾ ਕਰਾ ਦਿੱਤਾ, ਬਦਹੋਸ਼ ਹੋ ਕੇ ਡਿੱਗ ਗਿਆ। ਕੋਈ ਚੁੱਕ ਕੇ ਘਰ ਛੱਡ ਗਿਆ। ਘਰ ਵਾਲੇ ਕਹਿੰਦੇ ਇਹ ਤਾਂ ਸੌਦਾ ਲੈਣ ਗਿਆ ਸੀ, ਇਹ ਤਾਂ ਉੱਥੇ ਗਿਆ ਸੀ, ਪਰ ਉਹਨੂੰ ਪਤਾ ਹੀ ਨਹੀਂ ਆਪਣੇ ਆਪ ਦਾ। ਇਸੇ ਤਰ੍ਹਾਂ ਸਾਨੂੰ ਵਿਕਾਰਾਂ ਨੇ ਬੇਹੋਸ਼ ਕਰ ਦਿੱਤਾ। ਦੁਨੀਆ ਦੇ ਪਦਾਰਥਾਂ ਦਾ ਰਸ ਦੇ ਕੇ ਨਾ ਸਾਨੂੰ ਬੇਹੋਸ਼ ਕਰਤਾ ਤੇ ਅਸੀਂ ਭੁੱਲ ਗਏ। ਮਹਾਰਾਜ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਹਰ ਰੰਗ ਮਾਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਜਿਹੜੇ ਵਿਕਾਰ ਸਨ, ਹਰ ਸਮੇਂ ਦੀ ਸੁਰਤ, ਇਹਦਾ ਧਿਆਨ ਉਸ ਪਾਸੇ, ਉਹ ਹੀ ਨਾਚ ਕਰੀ ਜਾਂਦੇ ਸਨ। ਅੰਦਰ ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਬਜਾਵਣ ਹਾਰੋ ਕਾਂਗਿਓ ਜਿਨੇ ਮੰਦਰ ਕੀਨਾ। ਉਹ ਮਨ ਤੇਰਾ ਕਿੱਥੇ ਚਲਾ ਗਿਆ ਜਿਹੜਾ ਦੇਹ ਅਧਿਆਸ ਦੀ ਢੋਲਕੀ ਵਜਾ ਰਿਹਾ ਸੀ? ਇੱਥੇ ਮੰਦਰ ਦਾ ਅਰਥ ਹੈ ਮਾਂਦਲ। ਮਾਂਦਲ ਕਹਿੰਦੇ ਨੇ ਢੋਲ ਨੂੰ। ਬਜਾਵਣ ਹਾਰੋ ਕਹਾਂਗਿਓ ਜਿਨ ਇਹ ਮੰਦਰ ਕੀਨਾ। ਇਹ ਦੇਹ ਨੂੰ ਹੀ ਢੋਲ ਬਣਾ ਲਿਆ, ਦੇਹ ਅਧਿਆਸ ਨੂੰ ਢੋਲ ਬਣਾ ਕੇ ਮਨ ਵਜਾਈ ਗਿਆ। ਉਹ ਵਜਾਉਣ ਵਾਲਾ ਢੋਲੀ ਮਨ ਕਿੱਥੇ ਚਲਾ ਗਿਆ? ਭਾਵ ਜਿਹੜਾ ਹਰ ਸਮੇਂ ਦੇਹ ਦੀ ਗੱਲ ਹੀ ਕਰਦਾ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਹੁਣ ਮਨ ਦੇ ਵਿੱਚ ਦੁਨੀਆ ਦੀ ਕੋਈ ਸਾਖੀਆਂ, ਦੁਨੀਆ ਦੀਆਂ ਕੋਈ ਕਹਾਣੀਆਂ ਨਹੀਂ ਰਹੀਆਂ ਹਨ। ਦੁਨੀਆ ਦੀ ਕੋਈ ਗੱਲ ਨਹੀਂ ਰਹਿ ਗਈ। ਦੁਨੀਆ ਦਾ ਕੋਈ ਸ਼ਬਦ ਬੋਲ ਨਹੀਂ ਰਹਿ ਗਿਆ ਅੰਦਰ। ਔਰ ਕਿਸੇ ਵੀ ਤਰ੍ਹਾਂ ਧਿਆਨ ਦੇ ਵਿੱਚ ਉਹ ਚੀਜ਼ ਆਉਂਦੀ ਨਹੀਂ। ਇੱਕ ਬੰਦਾ ਗੁਰਦੁਆਰੇ ਵੀ ਬੈਠਾ ਹੈ, ਪਰ ਉਹਦੇ ਅੰਦਰ ਮਾਇਆ ਦੇ ਫੁਰਨੇ ਚੱਲ ਰਹੇ ਨੇ, ਵਿਕਾਰਾਂ ਦੇ ਫੁਰਨੇ ਚੱਲ ਰਹੇ ਨੇ, ਦੁਨੀਆ ਦੀਆਂ ਗੱਲਾਂ ਚੱਲ ਰਹੀਆਂ ਨੇ। ਪਰ ਇੱਕ ਸਾਧਨਾ ਕਰਨ ਵਾਲਾ ਕਿਤੇ ਹੋਰ ਥਾਂ 'ਤੇ ਵੀ ਬੈਠਾ ਹੈ, ਉਹਦੇ ਅੰਦਰ ਕੋਈ ਫੁਰਨਾ ਪੈਦਾ ਹੀ ਨਹੀਂ ਹੋ ਰਿਹਾ। ਸਾਖੀ ਸ਼ਬਦ ਸੁਰਤ ਨਹੀਂ ਹੋਇਆ, ਸੁਰਤ ਦੇ ਵਿੱਚ ਧਿਆਨ ਦੇ ਵਿੱਚ ਆਉਂਦਾ ਹੀ ਨਹੀਂ ਹੈ ਵਿਕਾਰਾਂ ਵਾਲੀ ਗੱਲ। ਪਰ ਇੱਕ ਪਾਠ ਕਰਦਿਆਂ ਵੀ ਇੱਕ ਦਾ ਧਿਆਨ ਵਿਕਾਰਾਂ ਵਿੱਚ ਗਿਆ ਹੋਇਆ ਹੈ, ਮਨ ਕਿਤੇ ਹੋਰ ਗਿਆ ਹੋਇਆ ਹੈ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਲਤਾਨਪੁਰ ਦੇ ਵਿੱਚ ਜਦੋਂ ਨਵਾਬ ਦੌਲਤ ਖਾਂ ਨੇ ਕਿਹਾ ਨਮਾਜ਼ ਪੜ੍ਹੋ, ਨਮਾਜ਼ ਪੜ੍ਹਦੇ ਪਏ ਨੇ ਨਵਾਬ ਦੌਲਤ ਖਾਂ ਤੇ ਸ਼ਾਹੀ ਕਾਜੀ, ਪਰ ਮਨ ਕਿਤੇ ਹੋਰ ਗਿਆ ਹੋਇਆ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਹਿੰਦੇ ਤੁਸੀਂ ਸਾਡੇ ਨਾਲ ਨਮਾਜ਼ ਨਹੀਂ ਪੜ੍ਹੀ। ਮਹਾਰਾਜ ਕਹਿੰਦੇ ਕਿਹਦੇ ਨਾਲ ਪੜ੍ਹਦੇ? ਤੁਹਾਡਾ ਦੋਵਾਂ ਦਾ ਮਨ ਤਾਂ ਪਤਾ ਨਹੀਂ ਕਿੱਥੇ ਕਿੱਥੇ ਗਿਆ ਸੀ। ਜਦੋਂ ਨਿਰਣਾ ਕਰਕੇ ਦੱਸਿਆ ਮੰਨ ਗਏ, ਕਹਿੰਦੇ ਹਾਂ ਜੀ। ਤੋ ਕਿਸੇ ਵੀ ਤਰ੍ਹਾਂ ਦਾ ਮਨ ਵਿੱਚ
ਦੁਨਿਆਵੀ ਫੁਰਨਾ ਰਹਿ ਹੀ ਨਹੀਂ ਗਿਆ। ਇਸ ਤਰ੍ਹਾਂ ਦਾ ਗੁਰਮੁਖ ਉਹ ਕਿੱਥੇ ਵੀ ਬੈਠਾ ਹੈ, ਈਵਨ ਭਾਵੇਂ ਕਰੋੜਾਂ ਸਾਖਤ ਬੰਦੇ ਉਹਨੂੰ ਘੇਰਾ ਪਾ ਲੈਣ, ਉਹਨੂੰ ਬਦਲ ਨਹੀਂ ਸਕਦੇ ਗੁਰਮੁਖ ਨੂੰ। ਇਤਿਹਾਸ ਤੁਹਾਡੇ ਸਾਹਮਣੇ ਹੈ। ਭਾਈ ਮਨੀ ਦਾਸ ਜੀ, ਭਾਈ ਮਨੀ ਸਿੰਘ ਜੀ ਦਾ ਬੰਦ ਕੱਟਿਆ ਗਿਆ ਹੈ। ਉਹ ਕਿੰਨੇ ਦੇਖੋ ਸਾਖਤਾਂ ਨੇ ਘੇਰਾ ਪਾਇਆ ਬਦਲਣ ਵਾਸਤੇ, ਪਰ ਉਹਨਾਂ ਦਾ ਅਸਰ ਕੋਈ ਨਹੀਂ, ਕਿਉਂਕਿ ਸ਼ਬਦ ਦੀ ਕਮਾਈ ਆ ਸੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਹੋਰ ਬੇਅੰਤ ਗੁਰਮੁਖ, ਕਿਉਂਕਿ ਜਿੱਥੇ ਸ਼ਬਦ ਆ ਗਿਆ ਉੱਥੇ ਦੁਨੀਆ ਦੇ ਕਿਸੇ ਵੀ ਤਰ੍ਹਾਂ ਦਾ ਮਾੜੇ ਫੁਰਨੇ ਦਾ, ਵਿਕਾਰ ਦਾ, ਕਿਸੇ ਵੀ ਪਾਪ ਦਾ ਹਮਲਾ ਨਹੀਂ ਹੋ ਸਕਦਾ। ਗੁਰਬਾਣੀ ਦਾ ਸ਼ਬਦ ਦਾ ਐਸਾ ਅਰਥ ਹੈ, ਐਸਾ ਭਾਵ ਹੈ, ਦੁਨੀਆ ਦੀ ਕੋਈ ਵੀ ਅਵਸਥਾ ਉਹਦੇ 'ਤੇ ਅਸਰ ਨਹੀਂ ਕਰ ਸਕਦੀ। ਭਗਤ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ, ਖਿੰਚ ਤੇਜ ਸਭ ਲੀਨਾ। ਉਹ ਵਿਕਾਰਾਂ ਵਾਲਾ ਜਿਹੜਾ ਤੇਜ ਸੀ ਨਾ, ਉਹ ਰੱਬ ਨੇ ਵਿੱਚੋਂ ਖਿੱਚ ਲਿਆ। ਵਿਕਾਰਾਂ ਵਾਲੀ ਜਿਹੜੀ ਸ਼ਕਤੀ ਸੀ ਉਹ ਖਤਮ ਕਰ ਦਿੱਤੀ ਹੈ। ਸਰਵਣ ਵਿਕਲ ਭਏ ਸੰਗ ਤੇਰੇ, ਇੰਦਗੀ ਇੰਦਰੀ ਕਾ ਬਲ ਥਾਕਾ। ਇਹ ਜਿਹੜੇ ਕੰਨ ਸਾਡੇ ਨਿੰਦਿਆ ਚੁਗਲੀ ਵੇ ਸੁਣਨ ਵਿੱਚ ਲੱਗੇ ਸਨ, ਆਪਣੀ ਉਸਤਤ ਸੁਣਨ ਵਿੱਚ ਲੱਗੇ ਸਨ, ਇਹ ਵੀ ਥੱਕ ਗਏ। ਹੁਣ ਇਹ ਸੁਣਨਾ ਹੀ ਨਹੀਂ ਚਾਹੁੰਦੇ, ਆਪਣਾ ਜਸ ਨਹੀਂ ਸੁਣਨਾ ਚਾਹੁੰਦੇ, ਦੂਜੇ ਦੀ ਨਿੰਦਿਆ ਨਹੀਂ ਸੁਣਨਾ ਚਾਹੁੰਦੇ। ਸਰਵਣ ਵਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਜਿਹੜੀਆਂ ਸਾਡੀਆਂ ਇੰਦਰੀਆਂ ਨੇ ਸਾਰੀਆਂ ਹੀ, ਇਹ ਵੀ ਹੁਣ ਦੁਨੀਆ ਵੱਲੋਂ ਥੱਕ ਗਈਆਂ ਨੇ। ਅੱਖਾਂ ਦੇ ਸਾਹਮਣੇ ਕਿੰਨੇ ਵੀ ਦੁਨੀਆ ਦੇ ਨਾਚ ਹੁੰਦੇ, ਹੁਣ ਉਸ ਪਾਸੇ ਧਿਆਨ ਜਾਂਦਾ ਹੀ ਨਹੀਂ, ਅੱਖਾਂ ਉਸ ਪਾਸੇ ਵੇਖਦੀਆਂ ਹੀ ਨਹੀਂ, ਕੰਨ ਉਸ ਪਾਸੇ ਜਾਂਦੇ ਹੀ ਨਹੀਂ। ਰਸਨਾ ਭਾਵੇਂ ਕਿੰਨੇ ਤਰ੍ਹਾਂ ਦੇ ਦੁਨੀਆ ਦੇ ਪਦਾਰਥ ਸਾਹਮਣੇ ਰੱਖ ਦਿੱਤੇ ਜਾਣ, ਉਹ ਗੁਰਮੁਖ ਉਹਨਾਂ ਵੱਲ ਵੇਖਦੇ ਨਹੀਂ। ਕਈ ਟੁੱਟ ਕੇ ਪੈ ਜਾਂਦੇ ਨੇ, ਭੱਜ ਕੇ ਇਹਨਾਂ ਨੂੰ ਬਸ ਸਾਰਿਆਂ ਨੂੰ ਸਮੇਟ ਹੀ ਲਈਏ, ਕਿਉਂਕਿ ਹੁਣ ਸੰਤੋਖ ਆ ਗਿਆ। ਚਰਨ ਰਹੇ ਕਰ ਢਰਕ ਪਏ ਐ, ਮੁਖੋ ਨਾ ਨਿਕਸੈ ਬਾਤਾ। ਜਿਹੜੇ ਚਰਨ ਪੈਰ ਮਾੜੇ ਪਾਸੇ ਜਾਂਦੇ ਸੀ ਉਸ ਪਾਸਿਓਂ ਰੁਕ ਗਏ ਹਨ। ਜਿਹੜੇ ਹੱਥ ਮਾੜਾ ਕਰਮ ਕਰਦੇ ਸੀ, ਹੱਥ ਵੀ ਉਸ ਪਾਸਿਓਂ ਢਲ ਗਏ ਹਨ। ਔਰ ਮੂੰਹ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀਆਂ ਮੋਹ ਦੀਆਂ, ਵਿਕਾਰਾਂ ਦੀਆਂ, ਨਿੰਦਿਆ ਦੀਆਂ, ਇਸ ਤਰ੍ਹਾਂ ਦੀਆਂ ਗੱਲਾਂ ਉਹ ਹੁਣ ਨਹੀਂ ਨਿਕਲਦੀਆਂ। ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਭਰਮ ਤੇ। ਉਹ ਜਿਹੜੇ ਪੰਜੇ ਵਿਕਾਰ ਮਨ ਨੂੰ ਨਾਲ ਲੈ ਕੇ ਸਰੀਰ ਨੂੰ ਭਜਾਈ ਫਿਰਦੇ ਸੀ, ਹੁਣ ਉਹ ਮਨ ਹੀ ਨਹੀਂ ਜਦ ਰਿਹਾ ਤਾਂ ਇਹ ਪੰਜੇ ਵਿਕਾਰ ਵੀ ਥੱਕ ਗਏ, ਕਿਉਂਕਿ ਮਨ ਭੇਦ ਦਿੰਦਾ ਸੀ ਸਾਰਾ। ਵੇਖੋ ਕਹਿੰਦੇ ਨੇ ਨਾ ਸਿਆਣੇ ਲੋਕ ਵੀ, ਘਰ ਦਾ ਭੇਤੀ ਲੰਕਾ ਢਾਏ। ਕੋਈ ਨਾ ਕੋਈ ਭੇਦ ਦਿੰਦਾ ਹੈ। ਜਦੋਂ ਕਿਸੇ ਵੀ ਪਾਸੇ ਤੋਂ ਨੁਕਸਾਨ ਹੁੰਦਾ ਹੈ, ਕਿਸੇ ਧਰਮ ਦਾ, ਕੌਮ ਦਾ, ਦੇਸ਼ ਦਾ, ਕਿਸੇ ਪਰਿਵਾਰ ਦਾ, ਤਾਂ ਵਿੱਚੋਂ ਹੀ ਕੋਈ ਭੇਦ ਦਿੰਦਾ ਵੀ ਸਾਡੇ ਪਰਿਵਾਰ ਨੂੰ ਇੱਦਾਂ ਹਰਾਇਆ ਜਾ ਸਕਦਾ ਹੈ, ਸਾਡੀ ਕੌਮ ਨੂੰ ਇੱਦਾਂ ਮਾਰਿਆ ਜਾ ਸਕਦਾ ਹੈ। ਔਰ ਆਪਣੇ ਨਾਲ ਤਾਂ ਬਹੁਤ ਕੁਝ ਇਸ ਪ੍ਰਥਾਏ ਹੋ ਚੁੱਕਾ। ਹੁਣ ਵੀ ਕੌਮ ਦੇ ਗਦਾਰ ਜੀਵਦੇ ਨੇ, ਤੁਹਾਨੂੰ ਪਤਾ ਹੀ ਹੈ। ਜਿਹੜੇ ਦਰਬਾਰ ਸਾਹਿਬ ਵਿੱਚੋਂ ਹੱਥ ਖੜੇ ਕਰਕੇ ਨਿਕਲ ਆਏ ਸੀ, ਪਹਿਲਾਂ ਵੀ ਜਿੱਥੇ ਜਿੱਥੇ ਵੀ ਕੌਮ ਨੂੰ ਜਿਹੜਾ ਘਾਟਾ ਪਾਇਆ ਗਿਆ, ਉਹ ਗਦਾਰ ਵਿੱਚੋਂ ਹੀ ਪੈਦਾ ਹੋਏ, ਉਹਨਾਂ ਨੇ ਭੇਦ ਦੇ ਦਿੱਤਾ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ ਪੜ੍ਹੋ। ਅੰਗਰੇਜ਼ਾਂ 'ਤੇ ਜਿੱਤ ਪ੍ਰਾਪਤ ਕਰ ਲਈ, ਭਾਵੇਂ ਮਹਾਰਾਜਾ ਰਣਜੀਤ ਸਿੰਘ ਚੜ੍ਹਾਈ ਕਰ ਗਏ, ਫੌਜਾਂ ਨੂੰ ਭਾਵੇਂ ਬਰੂਦ ਦੀ ਥਾਂ 'ਤੇ ਸਰੋਂ ਭੇਜੀ ਗਈ, ਫਿਰ ਵੀ ਸਿੱਖਾਂ ਦੇ ਹੌਸਲੇ ਬੁਲੰਦ, ਉਹ ਜਿਹੜੇ ਨੇ ਜਾਨਾਂ ਹੂਲ ਕੇ ਲੜੇ। ਅਤੇ ਜਦੋਂ ਅੰਗਰੇਜ਼ ਭੱਜ ਗਏ, ਰਾਤ ਨੂੰ ਸਿੰਘ ਬਹੁਤ ਸਾਰੇ ਸ਼ਹੀਦ ਹੋ ਗਏ, ਫੌਜਾਂ ਕੁਝ ਰਹਿ ਗਈਆਂ। ਇੱਕ ਵਿੱਚੋਂ ਉੱਠਿਆ ਤੇਜਾ ਸਿੰਘ, ਉਹਨੇ ਜਾ ਕੇ ਅੰਗਰੇਜ਼ਾਂ ਨੂੰ ਕਿਹਾ, ਬਸ ਇੱਕ ਹਮਲਾ ਕਰ ਦਿਓ, ਤੁਸੀਂ ਕਿਉਂ ਭੱਜੇ ਜਾਂਦੇ ਹੋ, ਇੱਕ ਹਮਲਾ ਹੋਰ ਕਰ ਦਿਓ, ਤੁਹਾਡੀ ਪੰਜਾਬ 'ਤੇ ਜਿੱਤ ਹੋ ਜਾਵੇਗੀ। ਵਾਰਿਸ ਸ਼ਾਹ ਨੇ ਲਿਖਿਆ ਨਾ, ਵਾਰਿਸ ਸ਼ਾਹ ਇੱਕ ਸਰਕਾਰ ਵਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਜੀ। ਉਹ ਵਿੱਚੋਂ ਹੀ ਗਦਾਰ ਉੱਠਿਆ। ਡੋਗਰਿਆਂ ਨੇ ਇਹ ਸਾਰਾ ਕੁਝ ਕੀਤਾ, ਵਿੱਚੋਂ ਹੀ ਗਦਾਰ ਉੱਠੇ, ਜਿਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਬੜੀਆਂ ਪਦਵੀਆਂ ਦਿੱਤੀਆਂ ਸੀ। ਤਾਂ ਇਸੇ ਤਰ੍ਹਾਂ ਸਾਡਾ ਮਨ ਇਹਨਾਂ ਵਿਕਾਰਾਂ ਨੂੰ ਛਹਿ ਦਿੰਦਾ ਹੈ, ਪਰ ਜਦੋਂ ਗੁਰੂ ਦੇ ਸ਼ਬਦ ਨਾਲ ਮਨ ਹੀ ਮਰ ਗਿਆ, ਫਿਰ ਇਹ ਵਿਕਾਰਾਂ ਦਾ ਸਰੀਰ 'ਤੇ ਅਸਰ ਨਹੀਂ ਹੁੰਦਾ। ਥਾਕੇ ਪੰਚ ਦੂਤ ਸਭ ਤਸਕਰ, ਉਹ ਜਿਹੜੇ ਪੰਜੇ ਦੂਤ ਵਿਕਾਰ ਉਹ ਥੱਕ ਗਏ,
क्योंकि उन्होंने हुण कोई भेद देने वाला नहीं रहा। और मित्र भाई सब छोरे, जिहड़े मित्र भरा भाव जिहड़े दुनिया के मोह वाले सन, वो सारे छड़ दिते। कहत कबीरा जो अर ध्यावै जीवत बंधन तोरे। भगत कबीर साहब जी कहते जिन्हों ने जीवदियां ही वाहिगुरू नूं जपिया है, सिमरन कीता है, उन्होंने विकारां दे ये सारे बंधन तोड़ दिते और शरीर रूपी किले ते जित प्राप्त कर ली है। सो एक गुरमुख की अवस्था का शब्द है, जिन्हें जीवदे जी इस शरीर ते शब्द की कमाई द्वारा फतेह प्राप्त की है, ना कि ये किसी मृतक प्राणी के परथाए शब्द है जो पढ़िया जाता है। सो सतगुरु जी मैं रामत करन गुरबाणी के शब्द के अभ्यासी बनीए, तां जो गुरबाणी तो आपां यथार्थ लाभ लै सकीए। ऐसी सतगुरु जी कृपा करन। होइयां भुलां दी खिमा जी। वाहिगुरु जी का खालसा, वाहिगुरु जी की फतेह।